पई अकाल की, तब चलायो पंथ, सब सिखन को हुक्म है, गुरु मानियो ग्रंथ। सिख विरसा, सिख विरसा जान है साडी, इस नूं सारे प्यार करो। गुरुआं ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहू ना जाने मेरा। आद गुरु है ना मैं, जुगाद गुरु है ना मैं, ओ सतगुरु है ना मैं, श्री गुरुदेव ना मैं। .3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਪ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਨ ਹੈ 7 ਚੇਤ ਸੰਮਤ 554 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 20 ਮਾਰਚ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਨ ਕਰੋਗੇ। ਆਓ ਚੱਲਦੇ ਹਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। अपने खस्म परोसा
अपने खसम परोसा, अपने खसम परोसा, अपने खसम परोसा। जो मांगो सोई सोई पावो, अपने खसम परोसा। जो मांगो सोई सोई पावो, अपने खसम परोसा। गए क्लेश रोग सब नासे, अब अपने कृपा तारी, प्रभ अपने कृपा तारी। गए क्लेश रोग सब नासे, प्रभ अपने कृपा धारी, प्रभ अपने कृपा धारी। आठ पहर आराधो स्वामी, आठ पहर आराधो स्वामी, पूरन काल हमारी, पूरन काल हमारी, पूरन काल हमारी, पूरन काल हमारी। जो मांगो सोई सोई पाओ, अपने खसम परोसा। जो मांगो सोई सोई पाओ, अपने खसम परोसा। हर जियो तू सुख संपत रास, तू सुख संपत रास, तू सुख संपत रास। हर जियो हर जियो हर जियो हर जियो, तू सुख संपत रास, तू सुख संपत रास, संपत रास। हर जियो तू सुख संपत रास, तू सुख संपत रास, तू सुख संपत रास।
राख ले हो पाई मेरे को, राख ले हो पाई मेरे को, प्रभ आगे अरदास, प्रभ आगे अरदास, राख ले हो पाई मेरे को, प्रभ आगे अरदास, जो मांगो सोई सोई पावो, अपने खसम भरोसा, कहो नानक गुर पूरा तेट्यो, कहो नानक गुर पूरा पेट्यो, गुर पूरा भेट्यो, मिट्यो सगल अंदेसा, मिट्यो सगल अंदेसा, मिट्यो सगल अंदेसा, मिट्यो सगल अंदेसा, हर जियो तू सुख संपत रास, राख ले हो पाई मेरे को, प्रभ आगे अरदास, प्रभ आगे अरदास, प्रभ आगे अरदास, प्रभ आगे अरदास, जो मांगो सोई सोई पावो, अपने खसम भरोसा, जो मांगो सोई सोई पावो, अपने खसम भरोसा, 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 जो मांगो सोई सोई पावो, जो मांगो सोई सोई पावो, अपने खसम भरोसा, अपने खसम भरोसा, कहो नानक गुर पूरा पेट्यो, कहो नानक गुर पूरा पेट्यो, कहो नानक गुर पूरा पेट्यो, मिट्यो सगल अंदेसा, मिट्यो सगल अंदेसा, अपने खसम भरोसा, अपने खसम भरोसा, जो मांगो सोई सोई पावो, अपने खसम भरोसा, जो मांगो सोई सोई पावो, अपने खसम भरोसा, अपने खसम भरोसा, अपने खसम भरोसा, भरोसा। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ।
ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਮੇਰਾ ਲਾਗੋ RAM ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁਖ ਕਾ ਕਾਟਿਆ ਕੇਤ ਮੇਰਾ ਲਾਗੋ RAM ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁਖ ਕਾ ਕਾਟਿਆ ਕੇਤ ਰਹਾਉ। ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ। ਨਿੰਦਕ ਕੇ ਮੁਖ ਕਾਲੇ ਕੀਨੇ ਜਾਨ ਕਾ ਆਪ ਸਹਾਈ। ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲਿਏ ਕੰਠ ਲਾਏ। ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ। ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲਿਏ ਕੰਠ ਲਾਏ। ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾ। ਮੇਰਾ ਲਾਗੋ RAM ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁਖ ਕਾ ਕਾਟਿਆ ਕੇਤ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸੰਤ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਤਨਾਸਰੀ ਮਹੱਲਾ ਪੰਜਵਾ। ਹੇ ਭਾਈ, ਜਿਸ ਗੁਰੂ ਨੇ ਸ਼ਰਨ ਆਏ ਹਨੇਕ
ਮਨੁੱਖ ਦਾ ਬੋਧੀ ਵਾਲਾ ਤਾਰਾ ਹੀ ਸਦਾ ਲਈ ਕੱਟ ਦਿੱਤਾ ਹੈ। ਭਾਵ ਕਿ ਜਿਹੜਾ ਗੁਰੂ ਹਰੇਕ ਸ਼ਰਨ ਆਏ ਮਨੁੱਖ ਦੇ ਦੁੱਖਾਂ ਦੀ ਜੜ ਹੀ ਕੱਟ ਦਿੰਦਾ ਹੈ, ਉਹ ਗੁਰੂ ਮੇਰਾ ਵੀ ਸਦਾ ਲਈ ਮਦਦਗਾਰ ਬਣ ਗਿਆ ਤੇ ਉਸ ਦੀ ਕਿਰਪਾ ਦੇ ਨਾਲ ਮੇਰਾ ਪਰਮਾਤਮਾ ਨਾਲ ਪਿਆਰ ਬਣ ਗਿਆ। ਰਹਾਓ। ਹੇ ਭਾਈ, ਉਹ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਹੱਥ ਦੇ ਕੇ ਦੁੱਖਾਂ ਤੋਂ ਬਚਾਉਂਦਾ ਹੈ। ਸੇਵਕਾਂ ਨੂੰ ਆਪਣੇ ਬਣਾ ਕੇ ਉਹਨਾਂ ਦਾ ਸਾਰਾ ਦੁੱਖ ਦਰਦ ਮਿਟਾ ਦਿੰਦਾ ਹੈ। ਪਰਮਾਤਮਾ ਆਪਣੇ ਸੇਵਕਾਂ ਦਾ ਆਪ ਮਦਦਗਾਰ ਬਣਦਾ ਹੈ ਤੇ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਦੇ ਮੂੰਹ ਕਾਲੇ ਕਰਦਾ ਹੈ। ਹੇ ਨਾਨਕ, ਸਦਾ ਕਾਇਮ ਰਹਿਣ ਵਾਲਾ ਮਾਲਕ ਆਪਣੇ ਸੇਵਕਾਂ ਦਾ ਆਪ ਰਾਖਾ ਬਣਦਾ ਹੈ। ਉਹਨਾਂ ਨੂੰ ਆਪਣੇ ਗਲ ਦੇ ਨਾਲ ਲਾ ਕੇ ਰੱਖਦਾ ਹੈ। ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਗੁਣ ਗਾ ਗਾ ਕੇ ਤੇ ਸਦਾ ਆਤਮਕ ਆਨੰਦ ਮਾਣ ਕੇ ਦੁੱਖਾਂ ਕਲੇਸ਼ਾਂ ਵੱਲੋਂ ਨਿਡਰ ਹੋ ਜਾਂਦੇ ਨੇ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਅੱਜ ਦਾ ਹੁਕਮਨਾਮਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਰਾਗ ਧਨਾਸਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 675 ਅੰਗ ਤੇ ਸੁਸ਼ੋਭਿਤ ਹੈ। ਆਓ ਇੱਕ ਸ਼ਬਦ ਰਾਗ ਸਾਰੰਗ ਦੇ ਵਿੱਚ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਨੇ। ਰਾਗ ਸਾਰੰਗ ਮਹੱਲਾ ਚੌਥਾ। ਘਰ ਤੀਜਾ ਦੁਪਦਾ ਏਕ ਓੰਕਾਰ ਸਤਿਗੁਰ ਪ੍ਰਸਾਦ। ਕਾਹੇ ਪੂਤ ਝਗਰਤ ਹੋ ਸੰਗ ਕਾਹੇ ਝਗਰਤ ਹੋ ਸੰਗ ਕਾਹੇ ਪੂਤ ਝਗਰਤ ਹੋ ਸੰਗ। ਝਗਰਤ ਹੋ ਸੰਗ ਕਾਹੇ ਝਗਰਤ ਹੋ ਸੰਗ।
संग आहे पूत जगरत हो संग जगरत हो संग आहे पूत जगरत हो संग जिनके जने बड़ी है तुम हो जिनके जने बड़ी है तुम हो इन स्यों झगर तो पा तिन स्यों चरत तिन स्यों जगरत पाप तिन स्यों जगरत पाप तिन स्यों जगरत जगरत हो संग आहे पूत जगरत हो संग किस धन का तुम गर्व करते हो जिस धन का तुम गर्व करते हो सो धन किसे ना आप जिस धन का तुम गर्व करते हो जिस धन का तुम गर्व करते हो सो धन किसे ना आप खिन में छोड़ जाए दिखिया रस रस तो लागो पछता तो लागो पछता जगरत हो संग जगरत हो जिनके जने बड़ी है तुम जिनके जने बड़ी है तुम इन सो जगत का जगरत आहे पूत जगरत हो संग आहे जगरत हो जगरत हो जगरत हो संग सारंग महला चौथा काहे पूत
जागृत हो संगपात, जिनके जने बडीरे तुम हो, इनसे जागृत पाप रहाओ। जिस धन का तुम गर्व करते हो, सो धन किसे न आप, फिर में छोड़ जाए लिखिया रस, फिर में छोड़ जाए लिखिया रस, और लागे पछताप गाए दूध जागृत हो संगपात, गाए दूध जागृत हो संगपात। जिनके जने बडीरे तुम हो, जिनके जने बडीरे तुम हो, इनसों जागृत जिनके जने बडीरे तुम हो, इनसों जागृत पा, जागृत हो संगपात, जागृत हो संगपात। जो तुमरे प्रभ होते स्वामी, जो तुमरे प्रभु होते स्वामी, इनके जापो जाप, इनके जापो जाप, उपदेश कर नानक जन तुमको, उपदेश करत नानक जन तुमको, उपदेश करत नानक जन तुमको, जो सुनो तो जाए संता, जो सुनो तो जाए संता, काहे पूत जागृत हो संगपात, काहे पूत जागृत हो संगपात, काहे पूत जागृत हो संगपात। जिनके जने बडीरे तुम हो, जिनके जने बडीरे तुम हो, इनसों जागृत पा, इनसों जागृत पा, पाए पूत जागृत हो संगपात, पाए पूत जागृत हो संगपात। जो तुमरे प्रभु होते स्वामी, जो तुमरे प्रभु होते स्वामी, हर दिन के जागो जाग, हर दिन के जागो जाग, दिन के जागो जाग, उपदेश करत नानक जन तुमको, उपदेश करत नानक जन तुमको, जो सुनो तो जाए संता, जो सुनो तो जाए संता, जागृत हो संता, काहे पूत जागृत हो संता। जिनके जने बडीरे
ਹਾਂਜੀ, ਇਹ ਸਨ ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਰਾਗ ਸਾਰੰਗ ਦੇ ਵਿੱਚ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਆਓ ਚੱਲਦੇ ਹਾਂ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਨਾਸਰੀ 5th ਮਹਿਲ। I have fallen in love with the Lord. My true Guru is always my help and support. He has torn down the banner of pain, force. Giving me his hand, he has protected me as his own, and removed all my troubles. He has blackened the face of slanderers, and he himself has become the help and support of his humble servant. The true Lord and Master has become my Savior, hugging me close in his embrace. He has saved me. Nanak has become fearless, and he enjoys eternal peace, singing the glorious praises of the Lord. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹ ਤਨ ਦੇ। ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹੋ ਤਨ ਦੇ। ਬਿਨ ਗੁਣ ਕਾਮ ਨਾ ਆਵਈ ਬਿਨ ਗੁਣ ਕਾਮ ਨਾ ਆਵਈ। ਟੈ ਠੇਰੀ ਤਨ ਖੇ ਟੈ ਠੇਰੀ ਤਨ ਖੇ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਮੇਰੇ ਮਨ ਲੈ ਲਾਹਾ ਕਰ ਜਾਹੇ। ਮੇਰੇ ਮਨ ਲੈ ਲਾਹਾ ਕਰ ਜਾਹੇ। ਗੁਰਮੁਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ। ਗੁਰਮੁਖ ਨਾਮ ਸਲਾਹੀਐ ਹਉ ਮੈਂ ਨਿਵਰੀ ਪਾਹੇ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ। ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ
ਸੁਣ ਸੁਣ ਗੰਢਣ ਗੰਢੀਐ ਲਿਖ ਪੜ ਬੂਝੈ ਭਾਰ ਸੁਣ ਸੁਣ ਗੰਢਣ ਗੰਢੀਐ ਲਿਖ ਪੜ ਬੂਝੈ ਭਾਰ ਤ੍ਰਿਸ਼ਨਾ ਐਨ ਸੁਅਗਲੀ ਹਉ ਮੈਂ ਰੋਗ ਵਿਕਾਰ ਤ੍ਰਿਸ਼ਨਾ ਐਨ ਸੁਅਗਲੀ ਹਉ ਮੈਂ ਰੋਗ ਵਿਕਾਰ ਹੋਵੇ ਪਰਵਾਹ ਅਤੋਲਵਾ ਗੁਰਮਤ ਕੀ ਮਤ ਸਾਰ ਹੋਵੇ ਪਰਵਾਹ ਅਤੋਲਵਾ ਗੁਰਮਤ ਕੀ ਮਤ ਸਾਰ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ ਲੱਖ ਸਿਆਣਪ ਜੇ ਕਰੀ ਲੱਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧ ਨਾ ਤ੍ਰਾਪੀਆ ਬਿਨ ਨਾਵੈ ਦੁਖ ਸੰਤਾਪ ਬਿਨ ਸੰਗਤ ਸਾਧ ਨਾ ਤ੍ਰਾਪੀਆ ਬਿਨ ਨਾਵੈ ਦੁਖ ਸੰਤਾਪ ਹਰ ਜਪ ਜੀਅਰੇ ਛੁਟੀਐ ਗੁਰਮੁਖ ਚੀਨੈ ਆਪ ਹਰ ਜਪ ਜੀਅਰੇ ਛੁਟੀਐ ਗੁਰਮੁਖ ਚੀਨੈ ਆਪ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹੋ ਤਨ ਦੇ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹੋ ਤਨ ਦੇ ਬਿਨ ਗੁਣ ਕਾਮ ਨਾ ਆਵਈ ਬਿਨ ਗੁਣ ਕਾਮ ਨਾ ਆਵਈ ਟੈ ਢੇਰੀ ਤਨ ਖੇ ਟੈ ਢੇਰੀ ਤਨ ਖੇ ਸੁਣ ਮਨ ਮਿੱਤਰ ਪਿਆਰਿਆ
ਤਨ ਮਨ ਗੁਰ ਪਹਿ ਵਿਚਿਆ ਮਨ ਦੀਆ ਸਿਰ ਨਾਲ ਤਨ ਮਨ ਗੁਰ ਪਹਿ ਵਿਚਿਆ ਮਨ ਦੀਆ ਸਿਰ ਨਾਲ ਤ੍ਰਿਪਾਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਤ੍ਰਿਪਾਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸੁਨ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਸੁਨ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ ਬਿਨ ਗੁਣ ਕਾਮ ਨਾ ਆਵਈ ਬਿਨ ਗੁਣ ਕਾਮ ਨਾ ਆਵਈ ਟੈ ਠੇਰੀ ਤਨ ਕੇ ਟੈ ਠੇਰੀ ਤਨ ਕੇ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਮਿਲ ਵੇਲਾ ਹੈ ਇਹ ਮਿਲ ਵੇਲਾ ਹੈ ਹਾਂਜੀ, ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲਿਆਂ ਦੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਜਿਹੜੀਆਂ ਅਸੀਂ ਲੜੀਵਾਰ ਵਿਚਾਰਾਂ ਸ਼ੁਰੂ ਕੀਤੀਆਂ ਨੇ ਸਿੱਖ ਸਿਧਾਂਤ, ਜਿਨ੍ਹਾਂ ਨੂੰ ਲਿਖਿਆ ਹੈ ਬਾਬਾ ਇਕਬਾਲ ਸਿੰਘ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਨੇ, ਤੇ ਪਿਛਲੇ ਕੁਝ ਸਮੇਂ ਤੋਂ ਅਸੀਂ ਆਪ ਜੀ ਦੇ ਨਾਲ ਇਹ ਲੜੀਵਾਰ ਵਿਚਾਰਾਂ ਜਿਹੜੀਆਂ ਨੇ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਆ ਰਹੇ ਹਾਂ। ਤੇ ਅੱਜ ਜਿਹੜੀਆਂ ਵਿਚਾਰਾਂ ਨੇ ਉਹਨਾਂ ਦਾ ਜਿਹੜਾ ਹੈ ਸਬ ਹੈਡਿੰਗ ਹੈ, ਉਹਨਾਂ ਨੇ ਦਿੱਤਾ ਹੈ ਸਿੱਖ ਦਾ ਪਰਸਪਰ ਮਿਲਵਰਤਨ ਤੇ ਸ਼ਿਸ਼ਟਾਚਾਰ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੱਕ ਸਿੱਖ ਗੁਰੂ ਮਹਾਰਾਜ ਨੂੰ ਸ਼ਬਦ ਗੁਰੂ ਸਰੂਪ ਮੰਨ ਕੇ ਬੜੀ ਸ਼ਰਧਾ ਪ੍ਰੇਮ ਦੇ ਨਾਲ ਮੱਥਾ ਟੇਕਦੇ ਆਏ ਹਨ। ਇਸ ਤੋਂ ਇਲਾਵਾ ਕਿਸੇ ਹੋਰ ਦੇਹਧਾਰੀ ਗੁਰੂ, ਦੇਵੀ ਦੇਵਤੇ, ਮੜੀ ਮਸਾਣਾ ਅਤੇ ਕਬਰਾਂ ਨੂੰ ਮੱਥਾ ਨਹੀਂ ਸਨ ਟੇਕਦੇ। ਗੁਰੂ ਸਾਹਿਬ ਦੇ ਉਪਦੇਸ਼ਾਂ ਅਨੁਸਾਰ ਸਿੱਖ ਆਪਣੀ ਹਉਮੈ ਨੂੰ ਮਾਰਨ ਦੇ ਲਈ ਪ੍ਰਭੂ ਨਾਲ ਮੇਲ, ਪ੍ਰੇਮ, ਸਤਿਕਾਰ ਕਰਨ ਵਾਸਤੇ ਮਨ ਦੇ ਵਿੱਚ ਹਲੀਮੀ ਤੇ ਗਰੀਬੀ ਧਾਰਦੇ ਸਨ। ਜੋ ਵੀ ਗੁਰਸਿੱਖ ਮਿਲਦਾ ਉਸ ਨੂੰ ਸਤ ਕਰਤਾਰ ਦੀ ਫਤਿਹ ਬੁਲਾ ਕੇ ਆਪਸ ਦੇ ਵਿੱਚ ਚਰਨ ਛੂੰਹਦੇ ਅਥਵਾ ਪੈਰੀ ਪੈਂਦੇ ਸਨ। ਗੁਰੂ ਸਾਹਿਬਾਨ ਫਰਮਾਉਂਦੇ ਨੇ ਕਿ ਜਿਹੜਾ ਗੁਰਸਿੱਖ ਦਿਸਦਾ ਹੈ, ਮੈਂ ਉਸ ਦੇ ਬਾਰ-ਬਾਰ ਚਰਨ ਸਪਰਸ਼ ਕਰਦਾ ਹਾਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 763 ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਭਾਏ ਜੀਓ। ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਗੁਰੂ ਮਹਾਰਾਜ ਨੇ ਐਸੀ ਸੰਗਤ ਦੀ ਤੇ ਪੰਗਤ ਦੀ ਨੀਂਹ ਰੱਖੀ ਜਿਸ ਵਿੱਚ ਰਾਜਾ ਤੇ ਗਰੀਬ ਇੱਕੋ ਸਮਾਨ ਮੰਨੇ ਜਾਂਦੇ ਸਨ ਤੇ ਨਿਮਰਤਾ ਗਰੀਬੀ ਦੇ ਨਾਲ ਪਰਸਪਰ ਮਿਲਦੇ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਫਰਮਾਇਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਸਿੱਖ ਦੇ ਜੀਵਨ ਦਾ ਅਸਲੀ ਮਨੋਰਥ ਹੈ। ਸਿੱਖ ਨਾਮ ਬਾਣੀ ਸਿਮਰਨ ਕਰਕੇ ਵਿਸ਼ੇ ਵਿਕਾਰਾਂ ਤੋਂ ਉੱਚਾ ਉੱਠ ਕੇ ਹਉਮੈ ਤੇ ਫਤਿਹ ਪਾ ਕੇ ਖਾਲਸਾ ਬਣਦਾ ਹੈ। ਇਹ ਵਾਹਿਗੁਰੂ ਦੀ ਹੀ ਫਤਿਹ ਹੈ। ਇਸ ਨਾਲ ਜੋ ਖਾਲਸਾ ਬਣਦਾ ਹੈ ਉਹ ਵਾਹਿਗੁਰੂ ਜੀ ਦੇ ਵਿੱਚ ਹੀ ਅਭੇਦ ਹੁੰਦਾ ਹੈ। ਵਾਹਿਗੁਰੂ ਬੋਲਣ ਦੇ ਨਾਲ ਸਿੱਖ 2 ਵਾਰ ਆਪਣੇ ਮੁਖ ਤੋਂ ਵਾਹਿਗੁਰੂ ਸ਼ਬਦ ਉਚਾਰਦਾ ਹੈ ਤੇ 2 ਵਾਰ ਹੀ ਵਾਹਿਗੁਰੂ ਸ਼ਬਦ ਸੁਣਦਾ ਹੈ। ਭਾਈ ਗੁਰਦਾਸ ਜੀ ਪਹਿਲੀ ਵਾਰ ਦੀ ਪੌੜੀ 23ਵੀਂ ਦੇ ਵਿੱਚ ਫਰਮਾਉਂਦੇ ਨੇ, ਰਾਣਾ ਰੰਕ ਬਰਾਬਰੀ ਪੈਰੀ ਪਾਵਣਾ ਜਗ ਵਰਤਾਇਆ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਛੋਟੇ ਤੋਂ ਛੋਟੇ ਕਰਮਚਾਰੀਆਂ ਤੋਂ ਲੈ ਕੇ ਵਜ਼ੀਰ ਤੱਕ ਨੂੰ ਫਤਿਹ ਬੁਲਾਉਣ ਵਿੱਚ ਆਪ ਪਹਿਲ ਕਰਿਆ ਕਰਦੇ ਸਨ ਤੇ ਇਹ ਹੈ ਸਿੱਖਾਂ ਦਾ ਆਪਸ ਵਿੱਚ ਮਿਲ ਵਰਤਣ ਤੇ ਸ਼ਿਸ਼ਟਾਚਾਰ। ਤੇ ਅਗਲਾ ਹੈ ਕਿ ਗੁਰਮੁਖ ਖਾਲਸਾ ਸਾਧ ਸੰਤ ਤੇ ਬ੍ਰਹਮ ਗਿਆਨੀ। ਜੋ ਸਿੱਖ ਸ਼ਬਦ ਗੁਰੂ ਦਾ ਉਪਦੇਸ਼ ਕਮਾ ਕੇ ਉਸ ਵਿੱਚ ਲੀਨ ਹੋ ਜਾਂਦਾ ਹੈ ਉਸ ਨੂੰ ਗੁਰਮੁਖ ਖਾਲਸਾ ਸਾਧ ਸੰਤ ਜਾਂ ਬ੍ਰਹਮ ਗਿਆਨੀ ਕਹਿੰਦੇ ਨੇ। ਤੇ ਹੁਣ ਉਹਨਾਂ ਨੇ ਕੱਲੇ ਸ਼ਬਦ ਬਾਰੇ ਜਿਹੜਾ ਹੈ ਸਾਨੂੰ ਜਿਹੜੀ ਹੋਰ ਜਾਣਕਾਰੀ ਦਿੱਤੀ ਹੈ ਇਸ ਤਰ੍ਹਾਂ। ਪਹਿਲਾ ਹੈ ਗੁਰਮੁਖ, ਜੋ ਗੁਰਸਿੱਖ ਹਰ ਵਕਤ ਪ੍ਰਭੂ ਦੇ ਨਾਮ ਦੇ ਵਿੱਚ ਲੀਨ ਰਹਿੰਦਾ ਹੈ ਅਤੇ ਉਸ ਦੇ ਰੋਮ ਰੋਮ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ। ਉਹ ਅਕਾਲ ਪੁਰਖ ਨਾਲ ਅਭੇਦ ਹੁੰਦਾ ਹੈ। ਉਸ ਦੀ ਅਵਸਥਾ ਇਲਾਹੀ ਸਰੂਪ ਅਥਵਾ ਨਿਰੰਕਾਰ ਦੇ ਦੇਸ਼ ਵਾਲੀ ਹੁੰਦੀ ਹੈ। ਉਸ ਨੂੰ ਹੀ ਗੁਰਮੁਖ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 941 ਅੰਗ ਤੇ ਸਾਨੂੰ ਉਪਦੇਸ਼ ਕਰਦੇ ਨੇ, ਗੁਰਮੁਖ ਰੋਮ ਰੋਮ ਹਰ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਤੇ ਅਗਲਾ ਹੈ ਖਾਲਸਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਲੋਕ ਗ੍ਰੰਥ ਦੇ ਵਿੱਚ ਫਰਮਾਉਂਦੇ ਹਨ ਕਿ ਜਦੋਂ ਗੁਰਸਿੱਖ ਨਾਮ ਬਾਣੀ ਸਿਮਰ ਕੇ ਪੂਰਨ ਤੌਰ ਤੇ ਅਕਾਲ ਪੁਰਖ ਦੀ ਜੋਤ ਵਿੱਚ ਲੀਨ ਹੋ ਜਾਂਦਾ ਹੈ ਤਦ ਹੀ ਖਾਲਸਾ ਜਾਣਿਆ ਜਾਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ। ਕਲਗੀਧਰ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੇ ਆਤਮ ਰਸ ਜਾਣ ਲਿਆ ਹੈ ਅਥਵਾ ਸ਼ਬਦ ਗੁਰੂ ਦੇ ਵਿੱਚ ਅਭੇਦ ਹੋ ਗਿਆ ਹੈ ਉਹ ਖਾਲਸਾ ਹੈ। ਇਸ ਕਰਕੇ ਪ੍ਰਭੂ ਦੇ ਵਿੱਚ, ਮੇਰੇ ਵਿੱਚ ਤੇ ਉਸ ਖਾਲਸੇ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਸਰਬਲੋਕ ਗ੍ਰੰਥ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ, ਆਤਮ ਰਸ ਜਹ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਨ ਭੇਵ। ਗੁਰੂ ਸਾਹਿਬ ਨਿਰਣਾ ਦਿੰਦੇ ਨੇ ਕਿ ਖਾਲਸਾ ਜੋ ਸ਼ਬਦ ਗੁਰੂ ਅਥਵਾ ਅਕਾਲ ਪੁਰਖ ਦਾ ਸਰੂਪ ਹੈ ਉਹ ਹੀ ਮੇਰਾ ਪੂਰਾ ਸਤਿਗੁਰੂ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਖਾਲਸਾ ਮੇਰੋ ਸਤਿਗੁਰ ਪੂਰਾ। ਇੱਥੇ ਇਹ ਸਮਝ ਲੈਣਾ ਅਤਿਅੰਤ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰੀਰ ਨੂੰ ਖਾਲਸਾ ਕਦੇ ਨਹੀਂ ਕਿਹਾ। ਖਾਲਸਾ ਤੋਂ ਭਾਵ ਹੈ ਜੋ ਖਾਲਿਸ ਹੋਵੇ ਅਰਥਾਤ ਪਵਿੱਤਰ ਹੋਵੇ। ਸਰੀਰ ਦੀ ਬਣਤਰ ਦੀ ਆਰੰਭਤਾ ਸਮੇਂ ਹੀ ਮਨੁੱਖ ਅੰਦਰ ਪ੍ਰਭੂ ਵਿਰਾਜਮਾਨ ਹੁੰਦਾ ਹੈ, ਪਰ ਮਾਇਆ ਵਾਲੀ ਦ੍ਰਿਸ਼ਟੀ ਹੋਣ ਕਰਕੇ ਨਜ਼ਰ ਨਹੀਂ ਆਉਂਦਾ। ਜਦੋਂ ਮਨੁੱਖ ਦੇ ਇਸ ਹਰਿਮੰਦਰ ਰੂਪੀ ਸਰੀਰ ਚੋਂ ਵਿਸ਼ੇ ਵਿਕਾਰ ਤੇ ਹਉਮੈ ਭਾਵ ਦੇ ਅਭਿਮਾਨ ਉੱਕਾ ਹੀ ਖਤਮ ਹੋ ਮਾਇਆ ਰੂਪੀ ਮੈਲ ਦੀ ਗੰਦਗੀ ਸਾਫ਼ ਹੋ ਜਾਂਦੀ ਹੈ ਤਾਂ ਉਸ ਨੂੰ ਆਪਣੇ ਅੰਦਰ ਬਿਰਾਜਮਾਨ
ਅਕਾਲ ਪੁਰਖ ਦੀ ਹੋਂਦ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਅਨੁਭਵ ਹੋਣ ਲੱਗਦੀ ਹੈ ਤੇ ਇਲਾਹੀ ਦ੍ਰਿਸ਼ਟੀ ਦੇ ਨਾਲ ਨਿਰੰਕਾਰ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ। ਗੁਰੂ ਮਹਾਰਾਜ ਨੇ ਇਸੇ ਅਵਸਥਾ ਨੂੰ ਹੀ ਖਾਲਸਾ ਕਿਹਾ ਹੈ। ਖਾਲਸਾ ਮੇਰੋ ਰੂਪ ਹੈ ਖਾਸ। ਅੱਗੇ ਹੈ ਸਾਧ। ਸਾਧ ਉਹ ਹੈ ਜਿਸ ਨੇ ਮਨ ਨੂੰ ਸਾਧਿਆ ਹੈ ਤੇ ਪ੍ਰਭੂ ਦਾ ਨਾਮ ਸਿਮਰ ਕੇ ਆਪਣੀ ਹਉਮੈ ਨੂੰ ਉੱਕਾ ਹੀ ਮਾਰ ਕੇ ਪ੍ਰਭੂ ਵਿੱਚ ਲੀਨ ਹੋ ਗਿਆ ਹੈ। ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਸਾਧ ਤੇ ਪ੍ਰਭੂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 272। ਸੰਤ ਉਹ ਹੈ ਜਿਸ ਦੀਆਂ ਮਨ ਇੰਦਰੀਆਂ ਪ੍ਰਭੂ ਦੇ ਸਿਮਰਨ ਦੇ ਨਾਲ ਸ਼ਾਂਤ ਹੋ ਗਈਆਂ ਨੇ ਤੇ ਉਸ ਦੀ ਹਉਮੈ ਉੱਕਾ ਹੀ ਮਰ ਗਈ ਹੈ ਤੇ ਉਹ ਨਿਰੰਕਾਰ ਦੇ ਦੇਸ਼ ਦਾ ਵਾਸੀ ਹੋ ਗਿਆ ਹੈ। ਸੰਤ ਦੀ ਅਵਸਥਾ ਬਾਰੇ ਵੀ ਗੁਰਬਾਣੀ ਦਾ ਫਰਮਾਨ ਹੈ ਕਿ ਜਿਨ੍ਹਾਂ ਜੀਵਾਂ ਨੂੰ ਸਵਾਸ ਪ੍ਰਭੂ ਯਾਦ ਰਹਿੰਦਾ ਹੈ ਉਹ ਧੰਤਾ ਯੋਗ ਹਨ ਤੇ ਉਹ ਹੀ ਪੂਰੇ ਸੰਤ ਨੇ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸਚਈ ਨਾਨਕਾ ਪੂਰਨ ਸੋਈ ਸੰਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 319। ਜਿਹੜਾ ਗੁਰਸਿੱਖ ਨਾਮ ਬਾਣੀ ਸਿਮਰਨ ਦੀ ਘਾਲ ਕਮਾਈ ਕਰਕੇ ਪ੍ਰਭੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ ਉਹੀ ਅਸਲ ਸੰਤ ਹੈ। ਉਸ ਸੰਤ ਤੇ ਪ੍ਰਭੂ ਦੇ ਗੁਣਾਂ ਦੇ ਵਿੱਚ ਫਿਰ ਕੋਈ ਭੇਦ ਨਹੀਂ ਰਹਿ ਜਾਂਦਾ। ਸੰਤ ਉੱਤੇ ਪ੍ਰਭੂ ਦੀ ਪੂਰੀ ਬਖਸ਼ਿਸ਼ ਹੁੰਦੀ ਹੈ। ਸੰਤ ਜਨ ਪ੍ਰਭੂ ਨੂੰ ਹਰ ਵਕਤ ਅੰਗ ਸੰਗ ਸਮਝਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 867 ਤੇ ਸਾਨੂੰ ਉਪਦੇਸ਼ ਕਰਦੇ ਨੇ, ਸੋਈ ਸੰਤ ਜੇ ਭਾਵੈ ਰਾਮ ਸੰਤ ਗੋਵਿੰਦ ਕੈ ਏਕੈ ਕਾਮ ਰਹਾਉ ਸੰਤ ਕੈ ਊਪਰ ਦੇ ਪ੍ਰਭ ਹਾਥ ਸੰਤ ਕੈ ਸੰਗ ਬਸੈ ਦਿਨ ਰਾਤ। ਬ੍ਰਹਮ ਗਿਆਨੀ ਇਹ ਉਹ ਅਵਸਥਾ ਹੈ ਜਿੱਥੇ ਗੁਰਸਿੱਖ ਨਾਮ ਬਾਣੀ ਸਿਮਰ ਕੇ ਆਪਣੀ ਹਉਮੈ ਨੂੰ ਉੱਕਾ ਹੀ ਮਾਰ ਕੇ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ ਅਤੇ ਉਸ ਦਾ ਹੀ ਸਰੂਪ ਬਣ ਕੇ ਸਾਰੀ ਸ੍ਰਿਸ਼ਟੀ ਦਾ ਕਰਤਾ ਹੋ ਜਾਂਦਾ ਹੈ। ਇਸ ਬਾਰੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਫਰਮਾਇਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 273 ਤੇ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਆਪ ਨਿਰੰਕਾਰ। ਜਗਿਆਸੂ ਦੀ ਸੁਰਤ ਅਕਾਲ ਪੁਰਖ ਨੂੰ ਅਨੁਭਵ ਕਰਦਿਆਂ ਹੋਇਆਂ ਉਸ ਵਿੱਚ ਹੋਰ ਧਿਆਨ ਲਾਉਣ ਦੇ ਨਾਲ ਅੰਤ ਉਸ ਵਿੱਚ ਹੀ ਲੀਨ ਹੋ ਜਾਂਦੀ ਹੈ, ਭਾਵ ਇੱਕ ਮਿਕ ਹੋ ਜਾਂਦੀ ਹੈ। ਹੁਣ ਧਿਆਤਾ ਭਾਵ ਕੇ ਧਿਆਉਣ ਵਾਲਾ ਤੇ ਜਿਹਦਾ ਧਿਆਨ ਧਰਨਾ ਹੈ ਧਿਆਨ ਤੇ ਗਿਆਤਾ ਗਿਆਨ ਤੇ ਗੇ ਇੱਕ ਹੋ ਜਾਂਦੇ ਨੇ ਤੇ ਹੇਠ ਲਿਖੀ ਦਸ਼ਾ ਪਰਪੱਕ ਹੁੰਦੀ ਹੈ। ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ। ਇਹ ਅਵਸਥਾ ਗੁਰਮੁਖ ਖਾਲਸਾ ਸਾਧ ਸੰਤ ਬ੍ਰਹਮ ਗਿਆਨੀਆਂ ਦੀ ਹੁੰਦੀ ਹੈ। ਉਹ ਸਰੀਰ ਹੁੰਦੇ ਹੋਏ ਵੀ ਪ੍ਰਭੂ ਦੇ ਵਿੱਚ ਲੀਨ ਹੋਣ ਕਰਕੇ ਉਸੇ ਦਾ ਹੀ ਸਰੂਪ ਹੁੰਦੇ ਨੇ, ਉਹ ਸਰੀਰ ਨਹੀਂ ਹੁੰਦੇ। ਪ੍ਰਭੂ ਤਾਂ ਨਿਰੰਕਾਰ ਨਿਰੰਜਨ ਹੈ ਅਥਵਾ ਆਕਾਰ ਦ੍ਰਿਸ਼ਟਮਾਨ ਤੇ ਮਾਇਆ ਦ੍ਰਿਸ਼ਟਮਾਨ ਤੋਂ ਰਹਿਤ ਹੈ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਨਿਰਾਕਾਰ ਦੀ ਅਵਸਥਾ ਵਿੱਚ ਜਦੋਂ ਆਕਾਰ ਭਾਵ ਕਿ ਸ਼ਕਲ ਸੂਰਤ ਹੀ ਨਹੀਂ ਤਾਂ ਪਾਪ ਪੁੰਨ ਕਾਹਦਾ ਤੇ ਕਿਸ ਤੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 290 ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਯਬ ਆਕਾਰ ਏ ਕਿਛ ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ। ਜੇ ਕੋਈ ਅਕਾਲ ਪੁਰਖ ਦਾ ਹੀ ਸਰੂਪ ਹੋਵੇ ਤਾਂ ਉਸ ਨੂੰ ਵੀ ਕੀ ਪਾਪ ਅਤੇ ਕੀ ਪੁੰਨ, ਭਾਵ ਉਸ ਲਈ ਕੋਈ ਪਾਪ ਕੋਈ ਪੁੰਨ ਨਹੀਂ ਹੁੰਦਾ, ਭਾਵੇਂ ਉਹ ਆਪਣੇ ਜੀਵਨ ਦੌਰਾਨ ਦ੍ਰਿਸ਼ਟਮਾਨ ਵਿੱਚ ਵਿਚਰਦਿਆਂ ਹੋਇਆਂ ਕਿਹੋ ਜਿਹਾ ਵੀ ਕੌਤਕ ਅਥਵਾ ਚੋਜ ਕਰੇ। ਇਹੀ ਕਾਰਨ ਹੈ ਕਿ ਦ੍ਰਿਸ਼ਟਮਾਨ ਵਿੱਚ ਵਿਚਰਦੇ ਮਾਇਕੀ ਅਥਵਾ ਵਿਸ਼ੇ ਵਕਾਰਾਂ ਵਿੱਚ ਗਲਤਾਨ ਦੁਨਿਆਵੀ ਲੋਕਾਂ ਨੂੰ ਗੁਰਬਾਣੀ ਦੀ ਸਖਤ ਹਦਾਇਤ ਹੈ ਕਿ ਉਹ ਗੁਰੂ ਦੇ ਇਲਾਹੀ ਕੌਤਕਾਂ ਤੇ ਚੋਜਾਂ ਵੱਲ ਨਾ ਧਿਆਨ ਦਿੰਦੇ ਹੋਏ ਕੇਵਲ ਉਹਨਾਂ ਦੇ ਉਪਦੇਸ਼ਾਂ ਨੂੰ ਹੀ ਕਮਾਉਣ ਦਾ ਯਤਨ ਕਰਨ।
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 933 ਤੇ ਫਰਮਾਨ ਹੈ, ਗੁਰ ਕਹਿਆ ਸਾਕਾਰ ਕਮਾਵਹੁ, ਗੁਰ ਕੀ ਕਰਨੀ ਕਾਹੇ ਧਾਵੋ। ਸੋ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਗੋਪਾਲ ਸਿੰਘ ਜੀ ਰਾਗੀ ਨੇ। प्रभ जी को नाम जपत मन चैन, प्रभ जी को नाम जपत मन प्रभ जी को नाम जपत मन चैन, प्रभ जी को नाम जपत मन प्रभ जी को नाम जपत मन चैन, बहु प्रकार खोजे सब ताको, बिखम ना जाई प्रकार खोजे सब ताको, बिखम ना जाई ले। बहु प्रकार खोजे सब ताको, बहु प्रकार खोजे सब ताको, बिखम न जाई ले। प्रभ जी को नाम जपत मन चैन, प्रभ जी को नाम जपत मन चैन। स्नाना पुण्य दान बोधे, पूजा व्रत तिलक स्नाना पुण्य दान बोधे, काहू ना पीजे संजम स्वामी, काहू ना पीजे संजम स्वामी, बोले मीठे बैन। प्रभ जी को नाम जपत मन चैन, प्रभ जी को नाम जपत मन चैन। जाप ताप परमन बसदा कर, जाप ताप परमन बसदा कर, उर्द ताप ले गए, उर्द ताप ले गए, ए बिद ने
ਪਤਿਆਂ ਨੂੰ ਠਾਕੁਰ ਇਹ ਬਿਦਨ ਪਤਿਆਂ ਨੂੰ ਠਾਕੁਰ ਜੋਗ ਜੁਗਤ ਕਾਰਜੈ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈ ਸਾਧ ਸੰਗ ਰੰਗ ਪ੍ਰਭ ਭੇਟੇ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੇ ਸਭ ਤਾਂ ਕੋ ਬਹੁ ਪ੍ਰਕਾਰ ਖੋਜੇ ਸਭ ਤਾਂ ਕੋ ਵਿਖਮ ਨਾ ਜਾਈ ਲੈਣ ਵਿਖਮ ਨਾ ਜਾਈ ਲੈਣ ਬਹੁ ਪ੍ਰਕਾਰ ਖੋਜੇ ਸਭ ਤਾਂ ਕੋ ਵਿਖਮ ਨਾ ਜਾਈ ਲੈਣ ਵਿਖਮ ਨਾ ਜਾਈ ਲੈਣ ਬਹੁ ਪ੍ਰਕਾਰ ਖੋਜੇ ਸਭ ਤਾਂ ਕੋ ਬਹੁ ਪ੍ਰਕਾਰ ਖੋਜੇ ਸਭ ਤਾਂ ਕੋ ਵਿਖਮ ਨਾ ਜਾਈ ਲੈਣ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਪ੍ਰਭ ਜੀ ਕੋ ਨਾਮ ਜਪਤ ਮਨ ਹਾਂਜੀ, ਇਹ ਸਨ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ, ਵਿਚਾਰਾਂ ਨੂੰ ਅੱਗੇ ਵਧਾਉਂਦੇ ਹਾਂ। ਅੱਗੇ ਜਿਹੜੀ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਜਾਣਕਾਰੀ ਜਿਹੜੀ ਸਾਨੂੰ ਦਿੱਤੀ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ। ਆਪ ਲਿਖਦੇ ਨੇ ਕਿ ਸਾਰੀ ਮਨੁੱਖਤਾ ਦੇ ਕਲਿਆਣ ਵਾਸਤੇ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸੰਸਾਰ ਦੀ ਤਪਤੀ ਲੋਕਾਈ ਨੂੰ ਸ਼ਬਦ ਗੁਰੂ ਦੇ ਨਾਲ ਜੋੜਨ ਲਈ ਇਲਾਹੀ ਤੇ ਲਾਸਾਨੀ ਗ੍ਰੰਥ ਸਾਹਿਬ ਦਾ ਸੰਪਾਦਨ ਕੀਤਾ। ਇਸ ਗ੍ਰੰਥ ਨੂੰ ਸ਼ੁਰੂ ਦੇ ਵਿੱਚ ਪੋਥੀ ਸਾਹਿਬ ਤੇ ਸ੍ਰੀ ਗ੍ਰੰਥ ਸਾਹਿਬ ਜੀ ਕਿਹਾ ਜਾਂਦਾ ਸੀ। ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਭ ਤੋਂ ਪਹਿਲੀ ਵਾਰ ਸੰਨ 1604 ਈਸਵੀ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਤੇ ਸਭ ਤੋਂ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਜੋ ਪਹਿਲਾ ਵਾਕ ਆਇਆ ਉਸ ਦਾ ਭਾਵ ਸੀ ਕਿ ਪਰਮਾਤਮਾ ਦਾ ਇਹ ਬਿਰਧ ਹੈ, ਉਹ ਆਪਣੇ ਸੰਤ ਜਨਾਂ ਦੇ ਕਾਰਜ ਆਪ ਸਵਾਰਦਾ ਹੈ ਤੇ ਉਹਨਾਂ ਦੇ ਸਾਰੇ ਕੰਮਾਂ ਨੂੰ ਆਪ ਹੀ ਕਰਵਾਉਂਦਾ ਹੈ। ਜਿਸ ਜੀਵ ਤੇ ਉਸ ਦੀ ਮਿਹਰ ਹੋ ਗਈ, ਉਸ ਦੇ ਹਿਰਦੇ ਵਿੱਚ ਨਾਮ ਰੂਪੀ ਜਲ ਦਾ ਪ੍ਰਵੇਸ਼ ਹੋ ਕੇ ਉਸ ਦਾ ਧਰਤ ਰੂਪੀ ਸਰੀਰ ਪਵਿੱਤਰ ਹੋ ਜਾਂਦਾ ਹੈ।
ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 783। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ ਦਾ ਇੰਨਾ ਸਤਿਕਾਰ ਕਰਦੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪਲੰਘ ਤੇ ਵਿਰਾਜਮਾਨ ਕਰਕੇ ਆਪ ਥੱਲੇ ਹੀ ਬਿਰਾਜਦੇ ਸਨ। ਆਓ ਇਹ ਸ਼ਬਦ ਸਰਵਨ ਕਰਦੇ ਹਾਂ। ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੰਤਾਂ ਕੇ ਕਾਰਜ ਆਪ ਹੋਇਆ, ਹਰ ਕੰਮ ਕਰਾਵਣ ਆਇਆ ਰਾਮ। ਹਰ ਕੰਮ ਕਰਾਵਣ ਆਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਧ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਸੂਰੇ। ਸੰਤਾਂ ਕੇ ਕਾਰਜ ਆਪ ਹੋਇਆ, ਹਰ ਕੰਮ ਕਰਾਵਣ ਆਇਆ ਰਾਮ। ਹਰ ਕੰਮ ਕਰਾਵਣ ਆਇਆ ਰਾਮ। ਪੂਰਨ ਪੁਰਖ ਅਟੁੱਟ ਅਬਨਾਸੀ, ਦਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਨਾਨਕ ਨਾਮ ਧਿਆਇਆ। ਸੰਤਾਂ ਕੇ ਕਾਰਜ ਆਪ ਹੋਇਆ, ਹਰ ਕੰਮ ਕਰਾਵਣ ਆਇਆ ਰਾਮ। ਹਰ ਕੰਮ ਕਰਾਵਣ ਆਇਆ ਰਾਮ। ਹਾਂਜੀ, ਇਹ ਸਨ ਭਾਈ ਨਿਰਮਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਜਥਾ। ਤੇ ਜਿਵੇਂ ਕਿ ਪ੍ਰਤੀਤ ਹੁੰਦਾ ਹੈ ਕਿ ਇਹ ਲਾਈਵ ਰਿਕਾਰਡਿੰਗ ਸੀ। ਤੇ ਆਓ ਚੱਲਦੇ ਹਾਂ ਅੱਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ। ਸੰਸਾਰ ਦੇ ਵਿੱਚ ਅੱਜ ਤੱਕ ਜਿੰਨੇ ਵੀ ਧਰਮਾਂ ਦੇ ਬਾਨੀ ਹੋਏ ਨੇ, ਉਹਨਾਂ ਨੇ ਆਪਣੀ ਬਾਣੀ, ਕਲਾਮ ਜਾਂ ਆਪਣੇ ਸਿਧਾਂਤਾਂ ਨੂੰ ਆਪ ਲਿਖ ਕੇ ਕੋਈ ਗ੍ਰੰਥ ਨਹੀਂ ਬਣਾਇਆ। ਉਹਨਾਂ ਦੇ ਪੈਰੋਕਾਰਾਂ ਨੇ ਬਾਅਦ ਵਿੱਚ ਉਹਨਾਂ ਸਿਧਾਂਤਾਂ ਨੂੰ ਲਿਖਤ ਰੂਪ ਦੇ ਵਿੱਚ ਪੇਸ਼ ਕੀਤਾ। ਇਹ ਮਾਣ ਕੇਵਲ ਸਿੱਖ ਕੌਮ ਨੂੰ ਹੀ ਪ੍ਰਾਪਤ ਹੈ ਕਿ ਗੁਰੂ ਸਾਹਿਬ ਨੇ
ਆਪ ਜਿਹੜੀ ਬਾਣੀ ਲਿਖ ਕੇ ਗ੍ਰੰਥ ਤਿਆਰ ਕੀਤਾ ਤੇ ਜਿਹੜਾ ਕਿ ਸਾਨੂੰ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਅਗਵਾਈ ਦਿੰਦਾ ਹੈ, ਉਪਦੇਸ਼ ਦਿੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਸਮੇਂ ਜਿੰਨੀ ਬਾਣੀ ਉਚਾਰੀ, ਉਹ ਸਾਰੀ ਬਾਣੀ ਇੱਕ ਪਾਵਨ ਪੋਥੀ ਦੇ ਵਿੱਚ ਦਰਜ ਹੋਈ, ਜਿਸ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਸ਼ਲੋਕ ਜੋੜ ਕੇ ਅੱਗੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਪੁਰਦ ਕਰ ਦਿੱਤੀ। ਤੇ ਇਸ ਤਰ੍ਹਾਂ ਤੀਸਰੇ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਪੋਥੀ ਦੇ ਵਿੱਚ ਜਿਹੜੀ ਹੈ ਜੋੜ ਦਿੱਤੀ ਗਈ, ਤੇ ਜਿਸ ਨੂੰ ਗੋਬਿੰਦਵਾਲ ਵਾਲੀ ਪੋਥੀ ਵੀ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪੋਥੀ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੇ ਆਪਣੇ ਵਿਚਾਰੇ ਸ਼ਬਦਾਂ ਦੇ ਨਾਲ ਭਾਰਤ ਦੇਸ਼ ਦੇ ਵੱਖ-ਵੱਖ ਧਰਮਾਂ, ਇਲਾਕਿਆਂ, ਫਿਰਕਿਆਂ, ਭਾਸ਼ਾਵਾਂ ਤੇ ਸੰਪਰਦਾਵਾਂ ਦੇ ਨਾਲ ਸੰਬੰਧਿਤ ਪ੍ਰਭੂ ਦੀ ਉਸਤਤ ਵਿੱਚ ਲੀਨ ਹੋਏ ਆਤਮਦਰਸ਼ੀ 15 ਭਗਤਾਂ, 11 ਭੱਟਾਂ ਤੇ 3 ਗੁਰਸਿੱਖਾਂ ਦੀ ਬਾਣੀ ਜੋੜ ਕੇ ਇੱਕ ਗ੍ਰੰਥ ਤਿਆਰ ਕੀਤਾ, ਜਿਸ ਨੂੰ ਪੋਥੀ ਸਾਹਿਬ ਕਿਹਾ ਗਿਆ। ਪੋਥੀ ਸਾਹਿਬ ਦੀ ਰਚਨਾ ਕਰਨ ਦੇ ਵਿੱਚ ਗੁਰੂ ਸਾਹਿਬ ਨੇ 4 ਸਾਲ ਭਾਵ ਕਿ 1601 ਤੋਂ ਲੈ ਕੇ 1604 ਈਸਵੀ ਤੱਕ ਦਾ ਸਮਾਂ ਲਗਾਇਆ, ਤੇ ਇਸ ਦੇ ਸਮੇਂ ਵਿੱਚ ਲਖਾਰੀ ਦੀ ਸੇਵਾ ਭਾਈ ਗੁਰਦਾਸ ਜੀ ਨੇ ਨਿਭਾਈ। ਪੋਥੀ ਸਾਹਿਬ ਦਾ ਪ੍ਰਕਾਸ਼ ਪਹਿਲੀ ਵਾਰ ਸਨ 1604 ਈਸਵੀ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ। ਸਨ 1706 ਵਿੱਚ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਦੁਆਰਾ ਪੋਥੀ ਸਾਹਿਬ ਨੂੰ ਦੁਬਾਰਾ ਲਿਖਵਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜੋੜ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਥਾਪਨਾ ਕੀਤੀ, ਜਿਸ ਨੂੰ ਗੁਰੂ ਸਾਹਿਬ ਨੇ ਸਨ 1708 ਵਿੱਚ ਗੁਰਗੱਦੀ ਬਖਸ਼ ਕੇ ਸਿੱਖਾਂ ਦੇ ਜ਼ਾਹਿਰਾ ਜ਼ਹੂਰ ਹਾਜ਼ਰਾ ਹਜ਼ੂਰ ਸ਼ਬਦ ਗੁਰੂ ਨੂੰ ਹਮੇਸ਼ਾ ਲਈ ਪ੍ਰਗਟ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਭਾਸ਼ਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਾਰਤੀ ਭਾਸ਼ਾਵਾਂ ਦਾ ਖਜ਼ਾਨਾ ਹਨ, ਭਾਵੇਂ ਇਸ ਵਿੱਚ ਸੰਤ ਭਾਸ਼ਾ ਦਾ ਇਸਤੇਮਾਲ ਬਹੁਤਾ ਹੋਇਆ ਹੈ, ਪਰ ਕਈ ਜਗ੍ਹਾ ਤੇ ਪੰਜਾਬੀ, ਹਿੰਦੀ, ਮਰਾਠੀ, ਅਰਬੀ, ਫਾਰਸੀ ਆਦਿ ਵਰਤੀ ਗਈ ਹੈ। ਕਿਤੇ-ਕਿਤੇ ਬੰਗਾਲੀ ਤੇ ਬ੍ਰਿਜ ਦੇ ਵੀ ਸ਼ਬਦ ਮਿਲਦੇ ਨੇ। ਕਈ ਭਾਸ਼ਾਵਾਂ ਦੇ ਵੱਖਰੇ-ਵੱਖਰੇ ਰੂਪ ਵੀ ਦੇਖੇ ਜਾ ਸਕਦੇ ਨੇ, ਜਿਵੇਂ ਕਿ ਪੂਰਬੀ ਹਿੰਦੀ ਤੇ ਪੱਛਮ ਦੀਆਂ ਉਪਭਾਸ਼ਾਵਾਂ ਕਈ ਸੰਤ ਕਵੀਆਂ ਨੇ ਵਰਤੀਆਂ ਨੇ। ਪੰਜਾਬੀ ਦੇ ਵੀ ਕਈ ਰੂਪ ਨੇ, ਜਿਵੇਂ ਕਿ ਲਹਿੰਦੀ ਤੇ ਸਿੰਧੀ, ਜੋ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਸੰਸਕ੍ਰਿਤ ਦਾ ਇਸਤੇਮਾਲ ਸਹਿਸਕ੍ਰਿਤੀ ਸ਼ਲੋਕਾਂ ਦੇ ਵਿੱਚ, ਗਾਥਾ ਸ਼ਲੋਕਾਂ ਤੇ ਜੈਤਸਰੀ ਦੀ ਵਾਰ ਦੇ ਵਿੱਚ ਆਏ ਸ਼ਲੋਕਾਂ ਵਿੱਚ ਵੇਖਿਆ ਜਾ ਸਕਦਾ ਹੈ। ਗੁਰੂ ਸਾਹਿਬਾਨ ਤੇ ਸੰਤਾਂ ਭਗਤਾਂ ਨੇ ਕੁਝ ਐਸੇ ਸ਼ਬਦ ਵੀ ਵਰਤੇ ਨੇ ਜਿਹੜੇ ਉਹਨਾਂ ਦੁਆਰਾ ਉਚਾਰੇ ਗਏ ਹਨ, ਜੋ ਕਿਸੇ ਵੀ ਭਾਸ਼ਾ ਵਿੱਚ ਨਹੀਂ ਮਿਲਦੇ। ਭਾਵੇਂ ਕਈ ਭਾਰਤੀ ਭਾਸ਼ਾਵਾਂ ਦਾ ਸੁਮੇਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਹੈ, ਪਰ ਇਸ ਗ੍ਰੰਥ ਦੀ ਹੋਂਦ ਵਿੱਚ ਆਉਣ ਤੋਂ ਬਾਅਦ ਸਭ ਤੋਂ ਜ਼ਿਆਦਾ ਪਹਿਚਾਣ ਪੰਜਾਬੀ ਭਾਸ਼ਾ ਨੂੰ ਮਿਲੀ ਹੈ। ਗੁਰੂ ਸਾਹਿਬਾਨ ਨੇ ਬੋਲਚਾਲ ਦੀ ਲੋਕ ਭਾਸ਼ਾ ਨੂੰ ਸਾਹਿਤਕ ਭਾਸ਼ਾ ਬਣਾ ਦਿੱਤਾ। ਬਾਣੀ ਦੇ ਰਚਨਹਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 6 ਗੁਰੂ ਸਾਹਿਬਾਨ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਧਰਮਾਂ, ਇਲਾਕਿਆਂ, ਫਿਰਕਿਆਂ, ਭਾਸ਼ਾਵਾਂ, ਸੰਪਰਦਾਵਾਂ ਨਾਲ ਸੰਬੰਧਿਤ ਪ੍ਰਭੂ ਦੀ ਉਸਤਤ ਵਿੱਚ ਲੀਨ ਹੋਣ ਵਾਲੇ ਆਤਮਦਰਸ਼ੀ 15 ਭਗਤਾਂ, 11 ਭੱਟਾਂ ਤੇ 3 ਗੁਰਸਿੱਖਾਂ ਦੀ ਬਾਣੀ 31 ਰਾਗਾਂ ਦੇ ਵਿੱਚ ਅਤੇ 5874 ਸ਼ਬਦਾਂ ਵਿੱਚ 1430 ਪੰਨਿਆਂ ਤੇ ਸੁਭਾਏਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਨਾਨਕ ਪਦ ਹੇਠ ਦਰਜ ਹੈ, ਪਰੰਤੂ ਇਹ ਸਮਝਣ ਵਾਸਤੇ ਕਿ ਕਿਹੜੀ ਬਾਣੀ ਕਿਸ ਗੁਰੂ ਸਾਹਿਬਾਨ ਦੀ ਹੈ, ਹਰ ਸ਼ਬਦ ਉੱਪਰ ਮਹੱਲਾ ਸ਼ਬਦ ਦਰਸਾਇਆ ਗਿਆ ਹੈ। ਜਿਸ ਤਰ੍ਹਾਂ ਕਿ ਪਹਿਲੇ ਮਹੱਲੇ ਦਾ ਮਤਲਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ, ਤੇ ਮਹੱਲਾ ਪਹਿਲਾ ਤੋਂ ਇਸ ਤਰ੍ਹਾਂ ਸ਼ਬਦ ਸ਼ੁਰੂ ਹੁੰਦੇ ਨੇ। ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਪਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ ਤੇ ਮਹੱਲਾ ਨੌਵਾਂ ਦੀ ਵਰਤੋਂ ਕੀਤੀ ਗਈ ਹੈ।
ਤੇ ਗੁਰਬਾਣੀ ਦੇ ਵਿੱਚ ਰਾਗਾਂ ਦੀ ਵਰਤੋਂ ਕੀਤੀ ਗਈ ਹੈ। ਗੁਰੂ ਸਾਹਿਬਾਨ ਨੇ ਅਕਾਲ ਪੁਰਖ ਨੂੰ ਮਿਲਣ ਦਾ ਮਾਰਗ ਵੈਰਾਗਮਈ ਪ੍ਰੇਮ ਦਰਸਾਇਆ ਹੈ। ਸਾਚ ਕਹੂੰ ਸੁਨ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦਾ ਅਰਥ ਹੈ ਮੈਂ ਅਥਵਾ ਹਉਮੈ ਤੋਂ ਪਰੇ। ਬਾਣੀ ਇਨਸਾਨ ਨੂੰ ਕੇਵਲ ਪ੍ਰਭੂ ਦੇ ਮਿਲਾਪ ਲਈ ਪ੍ਰੇਰਿਤ ਕਰਦੀ ਹੈ ਤੇ ਉਸ ਦਾ ਮਾਰਗ ਦਰਸਾਉਂਦੀ ਹੈ। ਪ੍ਰਭੂ ਪ੍ਰੇਮ ਵਾਸਤੇ ਗੁਰੂ ਸਾਹਿਬਾਨ ਨੇ ਬਾਣੀ ਦੇ ਵਿੱਚ ਰਾਗਾਂ ਦੀ ਵਰਤੋਂ ਕੀਤੀ। ਰਾਗ ਦਾ ਪ੍ਰਭਾਵ ਮਨ ਦੀ ਰੁਚੀ ਤੇ ਐਸਾ ਗਹਿਰਾ ਪੈਂਦਾ ਹੈ ਕਿ ਪੱਥਰ ਦਿਲ ਵੀ ਮੋਮ ਹੋ ਕੇ ਸੱਚ ਦੇ ਮਾਰਗ ਵੱਲ ਖਿੱਚਿਆ ਆਉਂਦਾ ਹੈ। ਜਪਜੀ ਸਾਹਿਬ ਅਖੀਰਲੇ ਸ਼ਲੋਕਾਂ ਤੇ ਸਵਈਆਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ 31 ਰਾਗਾਂ ਦੇ ਵਿੱਚ ਵੰਡੀ ਹੋਈ ਹੈ, ਜਿਸ ਦਾ ਬਿਓਰਾ ਇਸ ਪ੍ਰਕਾਰ ਹੈ। ਸ੍ਰੀ ਰਾਗ, ਰਾਗ ਮਾਝ, ਰਾਗ ਗੌੜੀ, ਰਾਗ ਆਸਾ, ਰਾਗ ਗੂਜਰੀ, ਰਾਗ ਦੇਵ ਗੰਧਾਰੀ, ਰਾਗ ਬਿਹਾਗੜਾ, ਰਾਗ ਬੜਹੰਸ, ਰਾਗ ਸੋਰਠ, ਰਾਗ ਧਨਾਸਰੀ, ਰਾਗ ਜੈਤਸਰੀ, ਰਾਗ ਟੋਡੀ, ਰਾਗ ਬੈਰਾੜੀ, ਰਾਗ ਤਲੰਗ, ਰਾਗ ਸੂਹੀ, ਰਾਗ ਬਿਲਾਵਲ, ਰਾਗ ਗੌਂਡ, ਰਾਗ ਰਾਮਕਲੀ, ਰਾਗ ਨਟ ਨਾਰਾਇਣ, ਰਾਗ ਮਾਲੀ ਗੌੜਾ, ਰਾਗ ਮਾਰੂ, ਰਾਗ ਤੁਖਾਰੀ, ਰਾਗ ਕੇਦਾਰਾ, ਰਾਗ ਭੈਰੋਂ, ਰਾਗ ਬਸੰਤ, ਰਾਗ ਸਾਰੰਗ, ਰਾਗ ਮਲਾਰ, ਰਾਗ ਕਾਨੜਾ, ਰਾਗ ਕਲਿਆਣ, ਰਾਗ ਪ੍ਰਭਾਤੀ ਤੇ ਰਾਗ ਜੈਜਾਵੰਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਬਖਸ਼ਣੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਕੀਰਤਪੁਰ ਸਾਹਿਬ ਆਏ ਤਾਂ ਉਹਨਾਂ ਦੇ ਪੋਤਰੇ ਧੀਰਮਲ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕਰਤਾਰਪੁਰ ਸਾਹਿਬ ਵਿਖੇ ਰੱਖ ਲਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਬੋ ਕੀ ਤਲਵੰਡੀ, ਦਮਦਮਾ ਸਾਹਿਬ ਪੰਜਾਬ ਤੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਆਉਣ ਲਈ ਕੁਝ ਸਿੰਘ ਧੀਰਮਲ ਵੱਲ ਭੇਜ ਦਿੱਤੇ। ਧੀਰਮਲ ਨੇ ਇਹ ਕਹਿੰਦਿਆਂ ਹੋਇਆਂ ਪਾਵਨ ਬੀੜ ਦੇਣੋਂ ਇਨਕਾਰ ਕਰ ਦਿੱਤਾ ਕਿ ਜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਤ ਹਨ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਆਪ ਹੀ ਕਰ ਲੈਣ। ਇਹ ਜਵਾਬ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਮਾਧੀ ਸਥਿਤ ਅੰਤਰ ਧਿਆਨ ਹੋ ਕੇ ਸਾਰਾ ਗ੍ਰੰਥ ਸਾਹਿਬ ਆਪਣੇ ਮੁਖਾਰਬਿੰਦ ਤੋਂ ਉਚਾਰ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ। ਇਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਦਰਜ ਕਰਕੇ ਇੱਕ ਮੁਕੰਮਲ ਇਲਾਹੀ ਗ੍ਰੰਥ ਤਿਆਰ ਕੀਤਾ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1708 ਈਸਵੀ ਦੇ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ 5 ਪਰਿਕਰਮਾ ਕਰਕੇ ਮੱਥਾ ਟੇਕਿਆ ਤੇ ਗੁਰਿਆਈ ਬਖਸ਼ੀ ਤੇ ਫਰਮਾਇਆ, ਆਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। अकाल की तबै चलायो पंथ, सब सिखन को हुक्म है गुरु मानियो ग्रंथ, गुरु मानियो ग्रंथ। बोले सोनिहाल सत श्री अकाल। गुरु ग्रंथ जी मानियो प्रगट गुरा की दे है, प्रगट गुरा की दे है। गुरु ग्रंथ जी मानियो
प्रगट गुरा की दे, प्रगट गुरा की दे। जो प्रभु को मिल वो चाहे, खोज शब्द में ले, खोज शब्द में ले। आ गया भई अकाल की, तबे चलायो पंथ। सब सिखन का हुक्म है, गुरु मानियो ग्रंथ, गुरु मानियो ग्रंथ। बोले सोनिहाल सत श्री अकाल। राज करेगा खालसा, आकी रह न कोय, आकी रह न कोय। राज करेगा खालसा, आकी रह न कोय, आकी रह न कोय। खुआर होए सब मिलेंगे, बचे शरण जो होए, बच्चे शरण जो होए। आ गया भई अकाल की, तबे चलायो पंथ। सब सिखन को हुक्म है, गुरु मानियो ग्रंथ, गुरु मानियो ग्रंथ। बोले सोनिहाल सत श्री अकाल। बोले सोनिहाल सत श्री अकाल। बोले सोनिहाल सत श्री अकाल। ਹਾਂਜੀ, ਇਹ ਸਨ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਆਓ ਚੱਲਦੇ ਹਾਂ ਅੱਗੇ। ਜਿਹੜਾ ਹੈ 6 ਗੁਰੂ ਸਾਹਿਬਾਨ ਦੇ ਰਾਗਾਂ ਅਨੁਸਾਰ ਬਾਣੀ ਦਾ ਬਿਉਰਾ ਦਿੱਤਾ ਗਿਆ ਹੈ। ਉਹ ਇਸ ਤਰ੍ਹਾਂ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ 974 ਜਿਹੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ 19 ਰਾਗਾਂ ਦੇ ਵਿੱਚ ਨੇ। ਤੇ ਜਿਹੜੇ ਕਿ ਰਾਗ ਨੇ, ਰਾਗ ਸ੍ਰੀ, ਮਾਝ, ਗੌੜੀ, ਆਸਾ, ਗੂਜਰੀ, ਬਡਹੰਸ, ਸੋਰਠ, ਧਨਾਸਰੀ, ਤਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰੋਂ, ਬਸੰਤ, ਸਾਰੰਗ, ਮਲਾਰ ਤੇ ਪ੍ਰਭਾਤੀ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ 63 ਸ਼ਲੋਕ ਨੇ, ਜਿਹੜੇ ਕਿ 12 ਦੇ ਨਾਲ ਦੇ ਵਿੱਚ ਨੇ। ਤੇ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ 907 ਸ਼ਬਦ ਨੇ, ਜਿਹੜੇ ਕਿ 17 ਰਾਗਾਂ ਦੇ ਵਿੱਚ ਸ੍ਰੀ, ਮਾਝ, ਗੌੜੀ, ਆਸਾ, ਗੂਜਰੀ, ਬਡਹੰਸ, ਸੋਰਠ, ਧਨਾਸਰੀ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਭੈਰੋਂ, ਬਸੰਤ, ਸਾਰੰਗ, ਮਲਾਰ ਤੇ ਪ੍ਰਭਾਤੀ ਦੇ ਵਿੱਚ ਨੇ। ਗੁਰੂ ਰਾਮਦਾਸ ਜੀ ਮਹਾਰਾਜ ਦੇ 679 679 ਸ਼ਬਦ ਨੇ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ 2218, ਜਿਹੜੇ ਕਿ 30 ਇਹਨਾਂ ਰਾਗਾਂ ਦੇ ਵਿੱਚ ਦਰਜ ਨੇ ਸ਼ਬਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ੍ਰੀ, ਮਾਝ, ਗੌੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਬਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰੋਂ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ ਤੇ ਪ੍ਰਭਾਤੀ। ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਦੀ ਬਾਣੀ 116 ਸ਼ਬਦ ਨੇ, ਜਿਹੜੀ ਕਿ 15 ਰਾਗਾਂ ਦੇ ਵਿੱਚ ਹੈ। ਗੌੜੀ, ਆਸਾ, ਗੂਜਰੀ, ਬਿਹਾਗੜਾ, ਸੋਰਠ, ਜੈਤਸਰੀ, ਧਨਾਸਰੀ, ਟੋਡੀ, ਤਲੰਗ, ਬਿਲਾਵਲ, ਰਾਮਕਲੀ, ਮਾਰੂ, ਬਸੰਤ, ਸਾਰੰਗ ਤੇ ਜੈਜਾਵੰਤੀ। ਇਸੇ ਤਰ੍ਹਾਂ ਭਗਤਾਂ ਦੀ 15 ਭਗਤਾਂ ਦੀ ਬਾਣੀ ਹੈ,
ਜਿਹਦੇ ਵਿੱਚ ਭਗਤ ਫਰੀਦ ਜੀ ਨੇ, ਜਿਹੜੇ ਕਿ ਮੁਲਤਾਨ ਇਲਾਕੇ ਦੇ ਵਿੱਚੋਂ ਨੇ। ਉਹਨਾਂ ਦਾ ਪਿਛੋਕੜ ਮੁਸਲਮਾਨ ਧਰਮ ਦੇ ਨਾਲ ਸੰਬੰਧਿਤ ਹੈ ਤੇ ਉਹਨਾਂ ਦੇ 116 ਸ਼ਬਦ ਨੇ। ਤੇ ਭਗਤ ਜੈਦੇਵ ਜੀ ਦੇ, ਜਿਹੜੇ ਕਿ ਬੰਗਾਲ ਦੇ ਵਿੱਚੋਂ ਨੇ, ਬ੍ਰਾਹਮਣ ਜਿਹੜੇ ਹੈ ਫਿਰਕੇ ਦੇ ਨਾਲ ਸੰਬੰਧਿਤ ਨੇ, ਉਹਨਾਂ ਦੇ 2 ਸ਼ਬਦ ਨੇ। ਭਗਤ ਲੋਚਨ ਜੀ ਦੇ 4 ਨੇ, ਮਹਾਰਾਸ਼ਟਰ ਤੋਂ ਨੇ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਦੇ 61 ਸ਼ਬਦ ਨੇ, ਜਿਹੜੇ ਕਿ ਮਹਾਰਾਸ਼ਟਰ ਦੇ ਵਿੱਚੋਂ ਨੇ। ਤੇ ਭਗਤ ਸਦਨਾ ਜੀ ਦਾ 1 ਸ਼ਬਦ ਹੈ, ਸਿੰਧ ਤੋਂ ਨੇ। ਭਗਤ ਰਾਮਾਨੰਦ ਜੀ 1 ਸ਼ਬਦ ਹੈ, ਤਾਮਿਲਨਾਡੂ। ਤੇ ਭਗਤ ਰਵਿਦਾਸ ਜੀ 40 ਸ਼ਬਦ ਨੇ, ਉੱਤਰ ਪ੍ਰਦੇਸ਼ ਦੇ ਵਿੱਚ। ਤੇ ਭਗਤ ਸੈਣ ਜੀ 1 ਸ਼ਬਦ ਹੈ, ਰਾਜਸਥਾਨ ਤੋਂ। ਭਗਤ ਕਬੀਰ ਜੀ 535 ਸ਼ਬਦ ਨੇ, ਉੱਤਰ ਪ੍ਰਦੇਸ਼ ਦੇ ਵਿੱਚੋਂ ਨੇ, ਉਹਨਾਂ ਦਾ ਇਲਾਕਾ। ਇਸੇ ਤਰ੍ਹਾਂ ਭਗਤ ਧੰਨਾ ਜੀ 4 ਸ਼ਬਦ ਨੇ, ਰਾਜਸਥਾਨ ਦੇ ਵਿੱਚੋਂ ਨੇ, ਪਿੱਛੇ ਉਹਨਾਂ ਦਾ ਇਲਾਕਾ ਹੈ ਜਿੱਥੋਂ ਉਹ ਰਹੇ ਨੇ। ਤੇ ਭਗਤ ਪੀਪਾ ਜੀ, ਉਹ ਵੀ ਉਹਨਾਂ ਦਾ 1 ਸ਼ਬਦ ਹੈ ਤੇ ਰਾਜਸਥਾਨ ਤੋਂ ਨੇ। ਤੇ ਭਗਤ ਸੂਰਦਾਸ ਜੀ 1 ਸ਼ਬਦ, ਉੱਤਰ ਪ੍ਰਦੇਸ਼ ਤੋਂ ਨੇ। ਤੇ ਭਗਤ ਭੀਖਣ ਜੀ 2 ਸ਼ਬਦ ਨੇ, ਉੱਤਰ ਪ੍ਰਦੇਸ਼ ਤੋਂ ਨੇ ਆਪ। ਤੇ ਭਗਤ ਪਰਮਾਨੰਦ ਜੀ 1 ਸ਼ਬਦ ਹੈ, ਮਹਾਰਾਸ਼ਟਰ ਤੋਂ। ਤੇ ਭਗਤ ਬੇਣੀ ਜੀ 3 ਸ਼ਬਦ ਨੇ ਉਹਨਾਂ ਦੇ, ਤੇ ਇਹ ਬਿਹਾਰ ਇਲਾਕੇ ਦੇ ਨਾਲ ਸੰਬੰਧਿਤ ਸਨ। ਤੇ ਇਸੇ ਤਰ੍ਹਾਂ ਗੁਰੂ ਘਰ ਦੇ 3 ਗੁਰਸਿੱਖਾਂ ਦੀ ਬਾਣੀ, ਰਬਾਬੀ ਬਲਵੰਡ ਜੀ, ਉਹਨਾਂ ਦੀਆਂ 5 ਪੌੜੀਆਂ ਨੇ। ਰਬਾਬੀ ਸੱਤਾ ਜੀ ਦੀਆਂ 3 ਪੌੜੀਆਂ ਨੇ। ਇਸੇ ਤਰ੍ਹਾਂ ਬਾਬਾ ਸੁੰਦਰ ਜੀ ਨੇ, ਉਹਨਾਂ ਦੇ 6 ਬੰਦ ਨੇ। ਤੇ 11 ਅਰਸ਼ੀ ਭੱਟਾਂ ਦੀ ਬਾਣੀ ਹੈ, ਜਿਹਦੇ ਵਿੱਚ ਭੱਟ ਕਲਸਹਾਰ ਜੀ ਦੇ 54 ਸ਼ਬਦ ਸਵਈਏ ਨੇ। ਭਗਤ ਗਯੇਂਦ ਜੀ 13 ਸ਼ਬਦ, ਭੱਟ ਭੇਖਾ ਜੀ 2, ਭੱਟ ਕੀਰਤ ਜੀ ਦੇ 8, ਭੱਟ ਮਥਰਾ ਜੀ ਦੇ 14, ਭੱਟ ਜਾਲਪ ਜੀ ਦੇ 5 ਸ਼ਬਦ ਸਵਈਏ ਨੇ। ਭੱਟ ਸਲ ਜੀ ਦੇ 3, ਭੱਟ ਭਲ ਜੀ ਦਾ 1, ਭੱਟ ਬਲ ਜੀ ਦੇ 5, ਭੱਟ ਹਰਵੰਸ ਜੀ ਦੇ 2 ਤੇ ਭੱਟ ਨਲ ਜੀ ਦੇ 16 ਸ਼ਬਦ ਸਵਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਨੇ। ਸਮੁੱਚੀ ਮਾਨਵਤਾ ਦਾ ਰੂਹਾਨੀ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤੇ ਸੰਸਾਰ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਸਿੱਖ ਧਰਮ ਦੇ ਬਾਨੀ ਨੇ ਇਲਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 6 ਗੁਰੂ ਸਾਹਿਬਾਨ ਤੋਂ ਇਲਾਵਾ ਦੂਸਰੇ ਧਰਮਾਂ ਦੇ ਆਤਮਦਰਸ਼ੀ ਸੰਤ ਮਹਾਂਪੁਰਸ਼ਾਂ, ਜੋ ਕਿ ਸ਼ਬਦ ਸੁਰਤ ਦੇ ਮੇਲ ਦੇ ਨਾਲ ਨਿਰਾਕਾਰ ਦੇ ਦੇਸ਼ ਵਿੱਚ ਪਹੁੰਚੇ ਅਥਵਾ ਅਕਾਲ ਪੁਰਖ ਦੇ ਨਾਲ ਅਭੇਦ ਹੋ ਚੁੱਕੇ ਸਨ, ਉਹਨਾਂ 15 ਭਗਤਾਂ ਦੀ ਬਾਣੀ ਵੀ ਦਰਜ ਕੀਤੀ। ਇਹ ਸੰਤ ਭਗਤ ਮੁਸਲਮਾਨ ਵੀ ਸਨ, ਉੱਚ ਜਾਤੀ ਦੇ ਬ੍ਰਾਹਮਣ ਵੀ, ਰਾਜਪੂਤ ਵੀ, ਤੇ ਛੋਟੀਆਂ ਕਥਿਤ ਜਾਤਾਂ ਦੇ ਜਿਵੇਂ ਕਿ ਜੁਲਾਹਾ, ਚਮਾਰ, ਸ਼ਿੰਬਾ, ਨਾਈ ਆਦਿਕ ਦੇ ਵੱਲੋਂ ਵੀ, ਜਿਹੜੇ ਦੇ ਵਿੱਚੋਂ ਵੀ ਸਨ। ਗੁਰੂ ਸਾਹਿਬਾਨ ਨੇ ਧਰਮ ਮਜ਼ਹਬ ਦਾ ਵਿਤਕਰਾ ਨਾ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਕਈ ਅਨੇਕਾਂ ਨਾਂ ਵਰਤੇ ਨੇ, ਜਿਵੇਂ ਕਿ ਹਰੀ 8344 ਵਾਰ ਆਇਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਤੇ ਰਾਮ 2533 ਵਾਰ, ਪ੍ਰਭੂ 1371 ਵਾਰ, ਗੋਪਾਲ 491 ਵਾਰ, ਗੋਬਿੰਦ 475 ਵਾਰ, ਪਰਮਾਤਮਾ 324 ਵਾਰ, ਕਰਤਾ 228 ਵਾਰ, ਠਾਕੁਰ 216 ਵਾਰ, ਦਾਤਾ 151 ਵਾਰ, ਪਰਮੇਸ਼ਰ 139 ਵਾਰ, ਮੁਰਾਰੀ 97 ਵਾਰ, ਨਾਰਾਇਣ 99 ਵਾਰ, ਅੰਤਰਜਾਮੀ 61 ਵਾਰ, ਜਗਦੀਸ਼ 60 ਵਾਰ, ਸਤਨਾਮ 59 ਭਾਵ ਕੇ, ਤੇ ਮੋਹਨ 54 ਵਾਰ, ਅੱਲਾ 46 ਵਾਰ, ਭਗਵਾਨ 30 ਵਾਰ, ਨਿਰੰਕਾਰ 29 ਵਾਰ, ਕ੍ਰਿਸ਼ਨ 22 ਵਾਰ, ਵਾਹਿਗੁਰੂ 13 ਵਾਰ, ਵਾਹਿਗੁਰੂ 3 ਵਾਰ ਆਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਹੈ, ਭਾਵੇਂ ਉਹ ਕਿਸੇ ਧਰਮ, ਮਜ਼ਹਬ ਜਾਂ ਕਿਸੇ ਮੁਲਕ ਦਾ ਵੀ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਗੁਰੂ ਨਿਰਾਕਾਰ ਹਨ, ਇਸ ਕਰਕੇ ਇਹ ਸੰਸਾਰਿਕ ਦੁੱਖਾਂ ਸੁੱਖਾਂ ਤੋਂ ਉੱਤੇ ਨੇ। ਇਹਨਾਂ ਦਾ ਪਿਆਰ ਸਤਿਕਾਰ ਸਧਾਰਨ ਰੁਮਾਲਿਆਂ, ਪੁਸ਼ਾਕਿਆਂ ਨਾਲ ਕੀਤਾ ਜਾਣਾ ਚਾਹੀਦਾ ਹੈ।
ਤੇ ਇਹ ਸਨ ਕੁਝ ਕੁ ਗੱਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਸੰਬੰਧਿਤ ਜਿਹੜੀਆਂ ਨੇ ਅਸੀਂ ਸਿੱਖ ਸਿਧਾਂਤ ਜਿਹੜੀ ਕਿਤਾਬ ਹੈ ਉਹਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਗੁਰਦੁਆਰਾ ਬੜੂ ਸਾਹਿਬ ਵਾਲਿਆਂ ਦੇ ਲਿਖੇ ਹੋਏ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। प्रभ मिलवे को प्रीत मान लागी, प्रीत मान लागी। प्रभ मिलवे को प्रीत मान लागी, प्रीत मान लागी। पाए लगूं मोहे करो पाए लगूं मोहे करो बेनती को संत मिले वाट पागी, प्रीत मान लागी। प्रभ मिलवे को प्रीत मान लागी, प्रीत मान लागी। प्रभ मिलवे को, प्रभ मिलवे को, प्रभ मिलवे को। मन अर्पण तन राखो आगे, मन अर्पण तन राखो आगे। मन की मत मोहे सगल त्यागी। मन की मत मोहे सगल त्यागी। जो प्रभ की हर कथा सुनावे, जो प्रभ की हर कथा सुनावे, अन दिन फेरो दिस पीछे बैरागी। प्रभ मिलवे को प्रीत मान लागी, प्रीत मान लागी। प्रभ मिलवे को पूरब करम अंकुर जब प्रगटे, पूरब करम अंकुर जब प्रगटे, पेटे पुरख रसक बैरागी। पेटे पुरख रसक बैरागी। मिटे अंधेर मिलत हर नानक, मिटे अंधेर
प्रीत मान लागे प्रभु मिलवे को प्रीत मान लागी प्रीत मान लागे पाए लगू मोहे करूं बेनती पाए लगू मोहे करूं बेनती को संत मिले वाट पागी प्रीत मान लागे प्रभु मिलवे को प्रीत मान लागी प्रीत मान लागे प्रभु मिलवे को प्रभु मिलवे को प्रभु मिलवे को। ਹਾਂਜੀ ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਤੇ ਕੁਝ ਹੀ ਮਿੰਟ ਜਿਹੜੇ ਪ੍ਰੋਗਰਾਮ ਦੇ ਬਚੇ ਨੇ ਆਓ ਇੱਕ ਦੋ ਸ਼ਬਦ ਹੋਰ ਸਰਵਣ ਕਰਦੇ ਹਾਂ। ਇਹ ਅਗਲਾ ਸ਼ਬਦ ਹੈ ਰਾਮ ਜਪੋ ਜੀ ਐਸੇ ਐਸੇ ਜਿਸ ਨੂੰ ਗਾਇਨ ਕੀਤਾ ਹੈ ਭਾਈ ਸੁਰਿੰਦਰ ਸਿੰਘ ਜੀ ਮਠਾਰੂ ਜੀ ਨੇ। राम जपो जी ऐसी 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 राम जपो जी ऐसी 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 तू प्रहलाद जपियो हर जैसी 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 राम जपो जी ऐसी 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 राम जपो जी। दीन दयाल भरोसे तेरे दीन दयाल भरोसे तेरे सब परिवार चढ़ाया बेड़े दीन दयाल भरोसे तेरे सब परिवार चढ़ाया बेड़े सब परिवार चढ़ाया बेड़े 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 राम जपो जी ऐसे ऐसे ऐसी 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 तू प्रहलाद जपियो हर जैसी जैसी जैसी
87.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਸਮਾਂ ਕੁਝ ਹੀ ਮਿੰਟਾਂ ਤਾਈਂ 11 ਵੱਜ ਜਾਣੇ ਨੇ ਤੇ ਅਸੀਂ ਇੱਥੇ ਹੀ ਆਪ ਤੋਂ ਵਿਦਾਇਗੀ ਲੈਂਦੇ ਹਾਂ ਤੇ 11 ਵਜੇ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਨ ਕਰੋਗੇ ਤੇ ਆਓ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਨੇ ਚਾਹਿਆ ਤੇ ਅਗਲੇ ਹਫ਼ਤੇ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਹੁਣ ਇਜਾਜ਼ਤ ਦਿਓ ਤੇ ਇਸ ਅਗਲੇ ਸ਼ਬਦ ਦੇ ਦੂਸਰੇ ਪਾਰ ਆਪ ਜੀ ਨੂੰ ਲੈ ਚੱਲਦੇ ਹਾਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕਾਗਰੇ ਬਨ ਖੋਜਨ ਜਾਈ ਕਾਗਰੇ ਬਨ ਖੋਜਨ ਜਾਈ ਕਾਗਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਾਹੇ ਬਨ ਖੋਜਨ ਜਾਈ ਕਾਹੇ ਬਨ ਖੋਜਨ ਜਾਈ ਉਪਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਉਪਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ तैसे ही हर बसे निरंतर कट ही खोजो पाई तैसे ही हर बसे निरंतर कट ही खोजो पाई काहे रे बन खोजन जाई काहे बन खोजन जाई बार भीतर एको जानो ए गुर ज्ञान बताई बाहर भीतर एको जानो ए गुर ज्ञान बताई जन नानक बिन आपा चीने मिटे न परम की काई जन नानक बिन आपा चीने मिटे न परम की काई काहे रे बन खोजन जाई काहे बन खोजन जाई
सर्ब निवासी सदा अलेपा तो ही संग समाई सर्ब निवासी सदा अलेपा तो ही संग समाई काहे बन खो जन जाई काहे बन खो जन जाई काहे बन खो जन जाई काहे बन खो